ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਸੁਖਪਾਲ ਖਹਿਰਾ BA ਫੇਲ, ਚਲੋ BA ਫੇਲ ਤਾਂ ਬਹੁਤ ਸਾਰੇ ਲੋਕ ਹੋ ਜਾਂਦੇ ਨੇ ਵੀ ਡਾਕੂਮੈਂਟਰੀ ਤੌਰ ਤੇ ਵੀ ਉਹਨਾਂ ਨੇ ਕਿਤੇ ਗਲਤ ਕਹਿ ਰੱਖਿਆ ਹੈ। ਇਹਨਾਂ ਨੇ ਹਰ ਚੀਜ਼ ਨੂੰ ਨਾ ਮਜ਼ਾਕ ਬਣਾਇਆ, ਦੂਸਰਿਆਂ ਨੂੰ ਕਹਿੰਦੇ ਕਿ ਇਹਦੇ 'ਚ ਇਹ ਕਮੀ ਜਾਂ ਆਪਣੀਆਂ ਜਿਹੜੀਆਂ ਗੱਲਾਂ ਆ ਇਹਨਾਂ ਦੇ। ਤੁਸੀਂ ਇਲੈਕਸ਼ਨ ਐਫੀਡੇਵਿਟ ਦੇਖਿਓ 2012 ਦਾ 2017 ਦਾ, ਪਿਛਲੇ ਦੇਖਿਓ, ਕਿਤੇ ਲਿਖਦੇ ਆ BA ਪਾਰਟ 2, ਕਿਤੇ ਲਿਖਦੇ ਆ BA ਗ੍ਰੈਜੂਏਸ਼ਨ ਇਹਨਾਂ ਨੇ ਕੀਤੀ। ਅਸੀਂ RTI ਦੇ ਥਰੂ ਕਢਾਈ ਹੋਈ ਕਾਪੀ ਹੈ। ਕਾਹਦੀ ਹੈ ਜੀ ਵੈਸੇ? ਇਹ ਜੇ ਪੰਜਾਬ ਯੂਨੀਵਰਸਿਟੀ ਜਿਹੜਾ ਦੇਖ ਸਕਦੇ ਹੋ ਤੁਸੀਂ। ਯਕੀਨ ਕਰਨਾ ਬੜਾ ਔਖਾ ਜਿਹਾ ਲੱਗਦਾ। ਇਹ BA ਫੇਲ ਨੇ। ਤੇ ਪਿੱਛੇ ਜੇ ਨਾ ਇਹਨਾਂ ਨੂੰ ਕਿਸੇ ਪੱਤਰਕਾਰ ਨੇ ਇਹ ਗੱਲ ਪੁੱਛੀ ਵੀ ਕਿ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਲੈ ਕੇ ਕੋਈ ਚਰਚੇ ਚੱਲ ਰਹੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਕਹਿੰਦੇ ਜੀ ਉਦੋਂ ਅੱਤਵਾਦ ਦਾ ਦੌਰ ਸੀਗਾ ਤੇ ਅੱਤਵਾਦ ਦੇ ਦੌਰ ਦੇ ਵਿੱਚ ਮੈਂ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ। ਪਰ ਪੇਪਰ ਦੇ ਕੇ ਬੰਦਾ ਕਿੱਦਾਂ ਫੇਲ ਹੋ ਸਕਦਾ? ਮਤਲਬ ਅੱਤਵਾਦ ਇਹਨਾਂ ਦੇ ਕਲਾਸਰੂਮ ਜਦੋਂ ਇਹ ਪੇਪਰ ਦਿੰਦੇ ਉਹਨਾਂ ਨੇ ਹੱਥ ਫੜ ਲਿਆ ਹੈਗਾ ਕਿ ਫੇਲ ਹੋ ਗਏ। ਜੀ ਸੁਖਪਾਲ ਸਿੰਘ ਲਿਖਿਆ ਆ ਤੁਸੀਂ ਉੱਤੇ ਦੇਖ ਸਕਦੇ, ਇੰਗਲਿਸ਼ ਚੋਂ 54 ਹੈ ਇਹਨਾਂ ਦੇ ਉੱਤੇ। ਇੱਕ ਹੋਰ ਕੋਈ ਸਬਜੈਕਟ ਆ ਉਹ 'ਚ 54, ਪਬਲਿਕ ਐਡਮਿਨਿਸਟ੍ਰੇਸ਼ਨ ਜਿਹਨਾਂ ਦੇ 45 ਹੈ। ਮਤਲਬ ਪੇਪਰ ਦੇ ਕੇ ਫੇਲ ਹੋਏ ਆ। ਇਹ ਨਾ ਬੜੇ ਚਰਚੇ ਆ, ਕਈ ਵਾਰੀ ਕਿਤੇ ਕੋਈ ਗੱਲ ਚੱਲਦੀ ਹੋਵੇ ਕਿ ਜੀ ਬੜਾ ਪੜ੍ਹਿਆ ਲਿਖਿਆ ਜੀ, ਬੜਾ ਮੈਂ ਬਹੁਤ ਵਧੀਆ ਬੋਲਦੇ ਆ। ਤੇ ਹੁਣ ਰੱਬ ਜਾਣੇ, ਹੁਣ ਵੀ ਮੈਨੂੰ ਲੱਗਦਾ ਕਿ ਸਿਟਕॉम्स ਜ਼ਿਆਦਾ ਦੇਖਦੇ ਹੋਣਗੇ ਜਾਂ ਸ਼ੋਜ਼ ਜ਼ਿਆਦਾ ਦੇਖਦੇ ਹੋਣਗੇ। ਕੱਲ੍ਹ ਇਲੈਕਸ਼ਨ ਕਮਿਸ਼ਨ ਜੇ ਚਾਹੇ ਤਾਂ ਕੀ ਇਹਦੇ ਤੇ ਐਕਸ਼ਨ ਲੈ ਸਕਦਾ? ਜੇ ਚਾਹੇ ਬਿਲਕੁਲ ਬਣਦਾ ਜੀ। ਹੁਣ ਗੱਲ ਇਦਾਂ ਹੈ ਕਿ ਜੇ ਕੋਈ ਗਲਤ ਹੋਇਆ ਆ, ਅੱਜ ਤੋਂ ਕਾਫੀ ਸਾਲ ਪਹਿਲਾਂ ਹੋਇਆ ਗਲਤ, ਉਹਨੂੰ ਆਪਾਂ ਮਿਟੇ ਨਹੀਂ ਸਕਦੇ। ਜਿਹੜਾ ਜੁਰਮ ਆ, ਜਿਹੜਾ ਗਲਤ ਆ, ਉਹ ਗਲਤ ਆ। ਮੇਨ ਕੰਸਰਨ ਅਸਲ 'ਚ ਹੈਗਾ ਨੀਅਤ ਦਾ। ਹੁਣ ਗੱਲ ਇਹ ਆ ਕਿ ਇਹ ਜੇ ਇੰਨਾ ਜ਼ੋਰ ਉਹਨੂੰ ਢਕਣ ਲਈ, ਚੀਜ਼ਾਂ ਨੂੰ ਜਿੱਦਾਂ ਇੱਕ ਡਰਾਮਾ ਕਰਨ ਲਈ ਇੰਨਾ ਜ਼ੋਰ ਲਾਉਂਦੇ, ਅਸਲੀਅਤ 'ਚ ਮਿਹਨਤ ਕਰਨ, ਕੰਮ ਕਰਨ ਅਸੀਂ ਡੱਕਦੇ ਨਹੀਂ। ਅਸੀਂ ਤੇ ਆਪ ਚਾਹੁੰਦੇ ਕੰਮ ਹੋਵੇ। ਤੇ ਦੂਜਾ ਕੰਸਰਨ ਇਹ ਹੈ ਕਿ ਜੇ ਲੋਕਾਂ ਨੂੰ ਪਤਾ ਵੀ ਹੋਵੇ, ਜੇ ਇਸ ਕੰਸਰਨ ਨੂੰ ਰੀਜ਼ ਨਹੀਂ ਕੀਤਾ ਜਾਂਦਾ, ਉਹ ਵੀ ਬਹੁਤ ਵੱਡਾ ਕੰਸਰਨ ਹੈ ਸਾਡੀ ਸੋਸਾਇਟੀ ਲਈ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਅਮੂਮਨ ਤੌਰ ਤੇ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ, MLA ਹੋਣ ਜਾਂ MLA ਕੋਈ ਲੜਦਾ ਵੀ ਹੈ, ਕਈ ਵਾਰ ਨਹੀਂ ਵੀ ਜਿੱਤਦਾ, ਪਰ ਇਸ ਤਰ੍ਹਾਂ ਦੀ ਪਰਸਨੈਲਿਟੀਆਂ ਨੂੰ ਹਰ ਕੋਈ ਜਾਣਨਾ ਚਾਹੁੰਦਾ ਹੁੰਦਾ ਹੈ ਕਿ ਉਹਦੇ ਕੋਲ ਪੈਸਾ ਕਿੰਨਾ ਹੈ। ਬਹੁਤ ਸਾਰੇ ਤੁਸੀਂ ਦੇਖਦੇ ਹੋ ਲੋਕ, ਕਈ ਅਮੀਰ ਬਹੁਤ ਹੁੰਦੇ ਨੇ, ਕਈ ਗਰੀਬ ਬਹੁਤ ਹੁੰਦੇ ਨੇਗੇ, ਪਰ ਆਖਰਕਾਰ ਕਿਤੇ ਨਾ ਕਿਤੇ ਉਹਨਾਂ ਦੀ ਪੜ੍ਹਾਈ ਦੇ ਨਾਲ ਵੀ ਇੱਕ ਕਿਸੇ ਜੁੜੇ ਹੁੰਦੇ ਨੇ। ਹੁਣ ਸੁਖਪਾਲ ਖਹਿਰਾ ਦੀ ਗੱਲ ਕਰਾਂਗੇ। ਖੈਰ ਮੈਨੂੰ ਤਾਂ ਯਕੀਨ ਨਹੀਂ ਆਉਂਦਾ, ਪਰ ਕਾਗਜ਼ ਦੇਖਾਂਗੇ। ਹਰਸਿਮਰਨ ਮੇਰੇ ਨਾਲ ਨੇ, ਉਹ ਕਹਿੰਦੇ BA ਫੇਲ ਨੇ। ਸੁਖਪਾਲ ਖਹਿਰਾ ਵਰਗਾ ਬੰਦਾ ਜਿਹੜਾ ਕਿ ਖੁਦ ਇਹ ਗੱਲ ਕਹਿੰਦਾ ਕਿ ਆਖਰ ਸੱਚਾਈ ਦੇ ਨਾਲ ਉਹ ਹਮੇਸ਼ਾ ਖੜਾ ਰਿਹਾ ਹੈ, ਸੱਚਾਈ ਵਾਸਤੇ ਪਾਰਟੀਆਂ ਦੇ ਵਿੱਚ ਵੀ ਉਹ ਲੜ ਪਿਆ, ਜੇ ਕਹੀਏ ਖੁਦ ਮੁਖਤਿਆਰੀ ਪਿੱਛੇ, ਜਿਵੇਂ ਉਹਨਾਂ ਨੇ ਗੱਲ ਕਹੀ ਸੀ, ਬਹੁਤ ਵੱਡੀ ਗੱਲ ਸੀ ਉਹਦੇ ਵਿੱਚ। ਪਰ ਆਖਰ ਇਹ ਵੀ ਹੋ ਸਕਦਾ। ਹਰਸਿਮਰਨ ਨੂੰ ਯਕੀਨ ਨਹੀਂ ਆਉਂਦਾ ਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਸੁਖਪਾਲ ਖਹਿਰਾ BA ਫੇਲ, ਚਲੋ BA ਫੇਲ ਤਾਂ ਬਹੁਤ ਸਾਰੇ ਲੋਕ ਹੋ ਜਾਂਦੇ ਨੇ ਵੀ ਡਾਕੂਮੈਂਟਰੀ ਤੌਰ ਤੇ ਵੀ ਉਹਨਾਂ ਨੇ ਕਿਤੇ ਗਲਤ ਕਹਿ ਰੱਖਿਆ। ਇਹ ਯਕੀਨ ਕਿਵੇਂ ਕਰਨਗੇ ਲੋਕ? ਦੇਖੋ ਜੀ, ਮੈਂ ਅੱਗੇ ਵੀ ਗੱਲ ਕਰਦਾ ਸੀਗਾ, ਇਹਨਾਂ ਨੇ ਹਰ ਚੀਜ਼ ਨੂੰ ਨਾ ਮਜ਼ਾਕ ਬਣਾਇਆ, ਦੂਸਰਿਆਂ ਨੂੰ ਕਹਿੰਦੇ ਕਿ ਇਹਦੇ 'ਚ ਇਹ ਕਮੀ ਜਾਂ ਆਪਣੀਆਂ ਜਿਹੜੀਆਂ ਗੱਲਾਂ ਆ ਇਹਨਾਂ ਦੇ। ਤੁਸੀਂ ਇਲੈਕਸ਼ਨ ਐਫੀਡੇਵਿਟ ਦੇਖਿਓ 2012 ਦਾ 2017 ਦਾ, ਪਿਛਲੇ ਦੇਖਿਓ, ਕਿਤੇ ਲਿਖਦੇ ਆ BA ਪਾਰਟ 2, ਕਿਤੇ ਲਿਖਦੇ ਆ BA ਗ੍ਰੈਜੂਏਸ਼ਨ ਇਹਨਾਂ ਨੇ ਕੀਤੀ। ਤੇ ਅਸੀਂ RTI ਦੇ ਥਰੂ ਕਢਾਈ ਹੋਈ ਕਾਪੀ ਹੈ। ਇਹ ਕਾਹਦੀ ਹੈ ਜੀ ਵੈਸੇ? ਇਹ ਜੇ ਪੰਜਾਬ ਯੂਨੀਵਰਸਿਟੀ ਜਿਹੜਾ ਜੀ ਦੇਖ ਸਕਦੇ ਹੋ ਤੁਸੀਂ। ਕਿਉਂਕਿ ਯਕੀਨ ਕਰਨਾ ਬੜਾ ਔਖਾ ਜਿਹਾ ਲੱਗਦਾ। ਇਹ BA ਫੇਲ ਨੇ। ਤੇ ਪਿੱਛੇ ਜੇ ਨਾ ਇਹਨਾਂ ਨੂੰ ਕਿਸੇ ਪੱਤਰਕਾਰ ਨੇ ਇਹ ਗੱਲ ਪੁੱਛੀ ਵੀ ਕਿ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਲੈ ਕੇ ਕੋਈ ਚਰਚੇ ਚੱਲ ਰਹੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਕਹਿੰਦੇ ਜੀ ਉਦੋਂ ਅੱਤਵਾਦ ਦਾ ਦੌਰ ਸੀਗਾ ਤੇ ਅੱਤਵਾਦ ਦੇ ਦੌਰ ਦੇ ਵਿੱਚ ਮੈਂ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੀ ਸਾਰੀ ਪੜ੍ਹਾਈ ਜਿਹੜੀ, ਪਹਿਲੀ ਗੱਲ ਤਾਂ ਸਕੂਲਿੰਗ ਇਹਨਾਂ ਦੀ ਸ਼ਿਮਲੇ ਤੋਂ, ਉੱਥੋਂ ਹੋਈ BCS ਤੋਂ, ਤੇ ਬਾਕੀ ਇਹਨਾਂ ਦੀ DAV ਕਾਲਜ ਚੰਡੀਗੜ੍ਹ ਤੋਂ। ਤੇ ਮੈਂ ਇਹ ਮੰਨ ਸਕਦਾ ਕਿ ਅੱਤਵਾਦ ਦਾ ਦੌਰ ਹੋਵੇ ਤੇ ਮੇਬੀ ਪੜ੍ਹਾਈ ਨਾ ਕਰ ਸਕੇ ਹੋਣ। ਬਹੁਤ ਸਾਰੇ ਲੋਕਾਂ ਦਾ ਚੀਜ਼ਾਂ ਡਿਸਟਰਬ ਹੋਈਆਂ। ਪਰ ਪੇਪਰ ਦੇ ਕੇ ਬੰਦਾ ਕਿੱਦਾਂ ਫੇਲ ਹੋ ਸਕਦਾ? ਮਤਲਬ ਅੱਤਵਾਦ ਇਹਨਾਂ ਦੇ ਕਲਾਸਰੂਮ ਜਦੋਂ ਇਹ ਪੇਪਰ ਦਿੰਦੇ ਉਹਨਾਂ ਨੇ ਹੱਥ ਫੜ ਲਿਆ ਹੈਗਾ ਕਿ ਫੇਲ ਹੋ ਗਏ, ਕਿ ਇਹਨਾਂ ਨੇ ਇੰਗਲਿਸ਼ ਦਾ ਪੇਪਰ ਦਿੱਤਾ ਆ, ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪੇਪਰ ਦਿੱਤਾ ਆ। ਮਾਰਕਸ਼ੀਟ ਇਹ ਵੀ RTI ਦੀ? ਹਾਂਜੀ ਬਿਲਕੁਲ। ਤੇ ਇਹ ਤੇ ਮਤਲਬ ਪੇਪਰ ਦੇ ਕੇ ਫੇਲ ਹੋਏ ਆ। ਮੈਂ ਦੱਸੋ ਨੰਬਰ ਕਿੰਨੇ ਕਾਦੇ ਤੁਸੀਂ ਦੇਖ ਸਕਦੇ ਆ। ਦੇਖੋ ਜੀ, ਸੁਖਪਾਲ ਸਿੰਘ ਲਿਖਿਆ ਆ ਤੁਸੀਂ ਉੱਤੇ ਦੇਖ ਸਕਦੇ, ਇੰਗਲਿਸ਼ ਚੋਂ 54 ਹੈ ਇਹਨਾਂ ਦੇ ਇੱਥੇ। ਇੱਕ ਹੋਰ ਕੋਈ ਸਬਜੈਕਟ ਆ ਉਹ 'ਚ 54, ਪਬਲਿਕ ਐਡਮਿਨਿਸਟ੍ਰੇਸ਼ਨ ਜਿਹਨਾਂ ਦੇ 45 ਆ। ਮਤਲਬ ਪੇਪਰ ਦੇ ਕੇ ਫੇਲ ਹੋਏ ਆ। ਤੇ ਇਹ ਨਾ ਬੜੇ ਚਰਚੇ ਆ, ਕਈ ਵਾਰੀ ਕਿਤੇ ਕੋਈ ਗੱਲ ਚੱਲਦੀ ਹੋਵੇ ਕਿ ਜੀ ਬੜਾ ਪੜ੍ਹਿਆ ਲਿਖਿਆ ਜੀ, ਬੜਾ ਮੈਂ ਬਹੁਤ ਵਧੀਆ ਬੋਲਦੇ ਆ। ਤੇ ਹੁਣ ਰੱਬ ਜਾਣੇ, ਹੁਣ ਵੀ ਮੈਨੂੰ ਲੱਗਦਾ ਕਿ ਸਿਟਕॉम्स ਜ਼ਿਆਦਾ ਦੇਖਦੇ ਹੋਣਗੇ ਜਾਂ ਸ਼ੋਜ਼ ਜ਼ਿਆਦਾ ਦੇਖਦੇ ਹੋਣਗੇ ਘਰੇ।
ਹੁਣ ਗੱਲ ਇਦਾਂ ਹੈ ਕਿ ਇੱਥੇ ਮੇਨ ਕੰਸਰਨ ਹੈਗਾ ਕਿ ਜਦੋਂ ਆਪਾਂ ਕੁਝ ਬੋਲਦੇ ਆ ਤਾਂ ਲੋਕਾਂ ਤੱਕ ਜਿਹੜਾ ਮੈਸੇਜ ਕਨਵੇ ਹੋਣਾ ਚਾਹੀਦਾ। ਮੈਂ ਭਾਵੇਂ ਜਾਪਾਨ ਕਵਾਂ, ਮੈਂ ਭਾਵੇਂ ਜਾਪਾਨ ਕਵਾਂ, ਸੋ ਦੈਟ ਡਜ਼ਨਟ ਮੇਕ ਐਨੀ ਡਿਫਰੈਂਸ। ਪਰ ਗੱਲ ਇਹ ਆ ਕਿ ਅਸਲੀਅਤ ਜਿਹੜੀ ਹੈ ਲੋਕਾਂ ਨੂੰ ਇੱਥੇ ਵੀ ਮਤਲਬ ਗੁੰਮਰਾਹ ਕੀਤਾ ਗਿਆ। ਇਹ ਚੀਜ਼ ਮੈਂ ਇੱਕ ਪੁੱਛਣੀ ਤੁਹਾਨੂੰ ਕਿ ਇਹ ਚੀਜ਼ ਦੱਸੋ ਕਿ ਆਖਰ ਹੋ ਸਕਦਾ ਕਿਤੇ ਕਈ ਵਾਰ ਗਲਤੀ ਬਹੁਤ ਸਾਰੇ ਬੰਦਿਆਂ ਤੋਂ ਲੱਗ ਜਾਂਦੀ, ਕਹਿੰਦੇ ਵੀ ਨੇ ਲੋਕ ਬਹੁਤ ਸਾਰੀ, ਹੋ ਸਕਦਾ ਸਾਡੇ ਤੋਂ ਵੀ ਕਈ ਵਾਰੀ ਮਿਸਟੇਕ ਹੋ ਜਾਂਦੀ ਆ। ਇਹ ਜਿਹੜੇ ਸੈਸਟ ਉਹਨਾਂ ਨੇ ਦਿੱਤੇ ਨੇਗੇ, ਕਿੰਨੇ ਕੁ ਸੈਸਟਾਂ 'ਚ ਫਰਕ ਹੈਗਾ ਇਹਨਾਂ ਦਾ ਜਿਹੜੇ ਇਸ ਚੀਜ਼ ਦੇ, ਕਿਤੇ ਸਹੀ ਵੀ ਲਿਖਿਆ ਹੋਇਆ ਉਹਨਾਂ ਨੇ ਵੀ, ਚਲੋ ਕਿਤੇ ਲਿਖਤਾ ਹੋਵੇ ਫਿਰ ਬਾਅਦ 'ਚ ਕਿਤੇ ਨਾ ਧਿਆਨ 'ਚ ਰਿਹਾ ਹੋਵੇ, ਕਿਉਂਕਿ ਬਣਾਉਂਦੇ ਆਮੂਮਨ ਤੌਰ ਤੇ ਬੰਦੇ ਨਾਲ ਵਾਲੀ ਹੁੰਦੇ ਨੇ ਕਿ ਕੋਈ ਲੀਗਲ ਫੈਕਟਸ ਜਿਹੜੇ ਜਾਣਦੇ। ਜਦੋਂ ਗੱਲ ਇਦਾਂ ਆ ਕਿ ਜਦੋਂ ਇਸ ਗੱਲ ਦਾ ਰੌਲਾ ਪਿਆ ਉਸ ਤੋਂ ਬਾਅਦ ਠੀਕ ਲਿਖਿਆ, ਉਸ ਤੋਂ ਪਹਿਲਾਂ ਨਹੀਂ ਠੀਕ ਲਿਖਿਆ। ਲਿਖਿਆ ਕਿਤੇ ਆ ਤੁਸੀਂ ਦੇਖ ਸਕਦੇ ਆ ਜਿਹੜਾ 2019 ਦੀ ਇਹਨਾਂ ਨੇ ਜਿਹੜਾ ਇਲੈਕਸ਼ਨ ਐਫੀਡੇਵਿਟ ਫਿਲ ਕੀਤਾ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁਆਲੀਫਿਕੇਸ਼ਨ ਆ ਉਹਦੇ ਵਿੱਚ ਇਹਨਾਂ ਨੇ ਆਪਣਾ ਲਿਖਿਆ ਕਿ BA Part 2 DAV ਕਾਲਜ ਚੰਡੀਗੜ੍ਹ, ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਕਿਉਂਕਿ ਇਹ ਰੌਲਾ ਜਿਹੜਾ 2017 ਚ ਹੀ ਪੈ ਗਿਆ ਸੀਗਾ ਇਸ ਗੱਲ ਬਾਰੇ। ਤਾਂ ਗੱਲ ਇਹ ਆ ਕਿ ਆਪਣੀਆਂ ਜਿਹੜੀਆਂ ਖਾਮੀਆਂ ਪੇਸ਼ੀਆਂ ਆ ਜਿਹੜੀਆਂ ਇਹ ਉਹਨਾਂ ਤੋਂ ਬਹੁਤ ਭੱਜਦੇ ਆ, ਦੂਸਰਿਆਂ ਦੀ ਉਜਾਗਰ ਬਹੁਤ ਕਰਦੇ ਨੇ। ਮੈਂ ਹੁਣ ਵੀ ਦੱਸਣਾ ਚਾਹੁੰਦਾ, ਮੈਂ ਮੇਰੇ ਰਾਹੀਂ, ਮੇਰੀ ਆਵਾਜ਼ ਰਾਹੀਂ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਵੀ ਗੱਲ ਦੱਸਣਾ ਚਾਹੁੰਦਾ ਕਿ ਉੱਥੇ ਕਈ ਇਹੋ ਜਿਹੇ ਲੋਕੀ ਜਿਨ੍ਹਾਂ ਖਿਲਾਫ ਝੂਠੀਆਂ ਦਰਖਾਸਤਾਂ, ਇੱਕ ਡੈਸਪਰੇਸ਼ਨ ਦਿਖ ਰਹੀ ਉਹਨਾਂ ਦੇ ਵਿੱਚ ਕਿ ਕੋਈ ਮੁੱਦਾ ਲੱਭ ਜਾਵੇ, ਮੁੱਦਾ ਨਹੀਂ ਲੱਭ ਰਿਹਾ। ਇਹ ਹੁਣ ਇੱਕ ਹੋਰ ਗੱਲ ਕਰਦੇ ਸੀਗੇ ਕਿ ਕਿਸੇ ਮੈਂ ਇੰਟਰਵਿਊ 'ਚ ਉਹਨਾਂ ਦੀ ਸੁਣਦਾ ਸੀ ਗੱਲ ਕਿ ਉਹ ਆਪਣੇ ਡਿਵੈਲਪਮੈਂਟ ਦੇ ਕੰਮ ਗਿਣਾ ਰਹੇ ਸੀਗੇ ਕਾਫੀ। ਤੇ ਡਿਵੈਲਪਮੈਂਟ ਦੇ ਕੰਮ ਮੈਂ ਤੁਹਾਨੂੰ ਨਾ ਉਹਦੇ ਵੀ ਪੇਪਰ ਵਰਕ ਇੱਥੇ ਰੱਖੇ ਕਿ ਇਹਨਾਂ ਦੇ ਜੁਆਇਨ ਕਰਨ ਤੋਂ ਪਹਿਲਾਂ ਇਹ ਸਾਰੀਆਂ ਪ੍ਰੋਜੈਕਟ ਜਾਂ ਸਾਰੀਆਂ ਚੀਜ਼ਾਂ ਜਿਹੜੀਆਂ ਆਲਰੇਡੀ ਅਪਰੂਵ ਹੋਈਆਂ ਪੰਜਾਬ, ਇਨਫੈਕਟ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਹੈ ਨਹੀਂ ਇਹ ਚੀਜ਼ਾਂ ਰੇਜ਼ ਕੀਤੀਆਂ ਹੋਈਆਂ, ਜਿੱਦਾਂ ਕੋਈ ਇੱਕ ਭਲੱਥ ਦੇ ਰੂਟਸ ਨੂੰ ਲੈ ਕੇ ਆਪਣੇ ਇਹਨਾਂ ਨੇ ਕੋਈ ਫਾਇਰ ਬ੍ਰਿਗੇਡ ਦੇ ਬਾਰੇ ਇੱਕ 10 ਕਰੋੜ ਦੀ ਗ੍ਰਾਂਟ ਦੇ ਕਹਿੰਦੇ ਤੁਸੀਂ ਇਹਦੀ ਜੇ ਡਾਕੂਮੈਂਟਸ ਦੇਖੋ ਇਹਨਾਂ ਦੀ ਡੇਟ ਆਫ ਜੁਆਇਨਿੰਗ ਤੋਂ ਕਿਤੇ ਪਹਿਲਾਂ ਦੀਆਂ ਇਹ ਅਪਰੂਵ ਹੋਈਆਂ ਪਈਆਂ, ਉਹਦਾ ਵੀ ਕ੍ਰੈਡਿਟ ਲੈਣਾ ਚਾਹੁੰਦੇ। ਪਲੱਸ ਇਹ ਵੀ ਦੱਸਣਾ ਚਾਹੁੰਦਾ ਆ ਕਈ ਇੱਦਾਂ ਦੇ ਕੰਮ ਹੋਏ ਆ ਹਲਕੇ ਦੇ ਵਿੱਚ, ਮੈਂ ਇਸ 'ਤੇ ਬਵਾਲ ਵੀ ਹੋਇਆ, ਹੋਰ ਪਾਰਟੀਆਂ ਵੱਲੋਂ ਵੀ ਹੋਇਆ ਕਿ ਉਹ ਜਿਹੜੇ ਪੁਰਾਣੇ ਪਾਰਕਸ, ਪੁਰਾਣੀਆਂ ਚੀਜ਼ਾਂ ਬਣੀਆਂ ਉਹਨਾਂ 'ਤੇ ਇੱਕ ਨਵੀਂ ਨੇਮ ਪਲੇਟ ਲਾ ਕੇ ਨਵੀਂ ਇਨੋਗਰੇਸ਼ਨ ਕੀਤੇ ਜਾ ਰਹੇ। ਕਈ ਇਹੋ ਜਿਹੀਆਂ ਚੀਜ਼ਾਂ ਦਾ ਇਨੋਗਰੇਸ਼ਨ ਕੀਤਾ ਜਾ ਰਿਹਾ ਜਿਹੜੀ ਐਗਜ਼ਿਸਟ ਹੀ ਨਹੀਂ ਕਰਦੀਆਂ। ਇਨੋਗਰੇਸ਼ਨ ਤੇ ਉਸ ਚੀਜ਼ ਦਾ ਜਿਹੜੀ ਕੰਪਲੀਟ ਹੋ ਗਈ, ਬਣ ਗਈ, ਰਨਿੰਗ ਆ, ਇਹ ਤਾਂ ਨੀਂਹ ਪੱਥਰ ਰੱਖਣ ਦੀ ਥਾਂ ਤੇ ਇਨੋਗਰੇਸ਼ਨ ਕਰ ਰਹੇ ਸਿੱਧੇ ਹੀ। ਪਰ ਇੱਕ ਚੀਜ਼ ਉਹ ਦੱਸੋ ਹਰਸਿਮਰਨ, ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਹੜੀ ਇਸ ਵਾਰ ਦੀ ਇਲੈਕਸ਼ਨ ਵਾਲਾ ਸੀਗਾ ਉਦੋਂ ਇਹਨਾਂ ਨੇ ਭਰਿਆ, ਠੀਕ ਆ, ਜਿਹੜੇ ਪਹਿਲਾਂ ਹੈਗਾ ਇਹ ਪਹਿਲਾਂ ਵਾਲੀ ਦੀ ਹੈ, ਇਹ ਕਿਹੜੀ ਇਲੈਕਸ਼ਨ ਦਾ ਜੀ? ਇਹ 2012 ਦਾ ਜੀ, 2007 ਦਾ ਵੀ ਦੇਖੋ। ਇਹ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੇ ਨਾਲ ਲਿਖ ਕੇ ਦੇ ਸਕਦੇ ਹਾਂ? ਦਿੱਤਾ ਜੀ, ਬਿਲਕੁਲ ਲਿਖ ਕੇ ਦਿੱਤਾ ਕਿ ਆਪਾਂ ਕੋਈ ਗਲਤ ਜਾਣਕਾਰੀ ਦਿੰਨੇ ਆ ਫਿਰ ਉਹਦੇ 'ਚ ਕੀ ਹੁੰਦਾ ਵੀ ਅਗਲੀ ਵਾਰੀ ਚੇਂਜ? ਗਲਤ ਐਫੀਡੇਵਿਟ ਦੇਣ ਦਾ ਇਹ ਵੀ ਗਲਤ ਆ, ਬਿਲਕੁਲ ਗਲਤ ਆ ਕਿ ਤੁਸੀਂ ਲੋਕਾਂ ਮਤਲਬ ਆਪਣੇ ਇਲੈਕਸ਼ਨ ਐਫੀਡੇਵਿਟ ਤੇ ਲਿਖ ਕੇ ਦੇ ਰਹੇ ਆ ਬਾਏ ਉਹਨਾਂ ਦੇ ਪ੍ਰੋਪਰ ਸਾਈਨ ਹੋਏ ਆ, ਗੁੰਮਰਾਹ ਕਰਨ ਦੀ ਕੋਸ਼ਿਸ਼ ਆ, ਜੋ ਇੱਕ ਕਹਿ ਸਕਦੇ ਆ ਫਰਾਡ ਕਰਨ ਦੀ ਕੋਸ਼ਿਸ਼, ਫਰਾਡ ਦਾ ਹੀ ਕੇਸ ਬਣਦਾ ਇਹ ਵੀ। ਤੇ ਜੇ ਕੱਲ੍ਹ ਨੂੰ ਇਲੈਕਸ਼ਨ ਕਮਿਸ਼ਨ ਜੇ ਚਾਹੇ ਤਾਂ ਆਪਦੇ ਇਹਨਾਂ ਦੇ ਪੁਰਾਣੇ, ਇੱਕ ਤਾਂ ਹੁੰਦਾ ਵੀ ਚਲੋ ਦੁਬਾਰੇ ਉਹਨਾਂ ਨੇ ਦਰੁਸਤ ਕਰ ਲਿਆ, ਕੀ ਇਹਦੇ ਤੇ ਐਕਸ਼ਨ ਲੈ ਸਕਦਾ ਜੇ ਚਾਹੇ? ਬਿਲਕੁਲ ਬਣਦਾ ਜੀ। ਹੁਣ ਗੱਲ ਇਦਾਂ ਹੈ ਕਿ ਜੇ ਕੋਈ ਗਲਤ ਹੋਇਆ ਆ, ਅੱਜ ਤੋਂ ਕਾਫੀ ਸਾਲ ਪਹਿਲਾਂ ਹੋਇਆ ਗਲਤ, ਤੇ ਉਹ ਜਿਹੜਾ ਉਹਨੂੰ ਆਪਾਂ ਮਿਟੇ ਨਹੀਂ ਸਕਦੇ। ਜਿਹੜਾ ਜੁਰਮ ਆ, ਜਿਹੜਾ ਗਲਤ ਆ, ਉਹ ਗਲਤ ਆ। ਭਾਵੇਂ ਇਹਨਾਂ ਦੀ ਹੋਰ ਵੀ ਪੁਰਾਣੀਆਂ ਗੱਲਾਂ ਮੈਂ ਕਿਤੇ ਅੱਗੇ ਟਾਈਮ ਲੱਗਾ ਤੁਹਾਨੂੰ ਸਾਰੇ ਵਿਦ ਡਾਕੂਮੈਂਟ ਵਿਦ ਪ੍ਰੂਫ ਦੱਸੂਗਾ ਕਿ ਕਿੱਥੇ ਕਿੱਥੇ ਗਲਤੀਆਂ ਕੀਤੀਆਂ, ਲੀਗੈਲਿਟੀ ਵੀ ਦੱਸੂਗਾ ਕੀ ਬਣਦਾ ਆ ਤੇ ਕਿੱਦਾਂ ਇਹਨਾਂ ਨੇ ਗਲਤ ਕੀਤਾ ਤੇ ਕੀ ਬੈਨੀਫਿਟਸ ਲਏ। ਹੁਣ ਗੱਲ ਇਦਾਂ ਹੈ ਨਾ, ਉਹ ਬਣਾਈ ਜਾ ਰਹੀ ਹੈ ਗੱਲ ਇਹਨਾਂ ਦੀ, ਇੱਕ ਇਹਨਾਂ ਨੇ ਆਪਣੀ ਇਮੇਜ ਬਣਾਈ ਇਦਾਂ ਦੀ ਕਿ ਮੈਂ ਬੜਾ ਪੜ੍ਹਿਆ। ਇੱਕ ਚੀਜ਼ ਦੇਖੋ ਇਹਦੇ 'ਚ, ਇਹ ਚੀਜ਼ ਦੋਨੇ ਚੀਜ਼ਾਂ ਜਦੋਂ ਸੁਖਪਾਲ ਖਹਿਰਾ ਨੂੰ ਕੋਈ ਦੇਖਦਾ ਤਾਂ ਇੱਕ ਚੀਜ਼ ਤਾਂ ਹੈ ਵੀ ਜਿਸ ਤਰ੍ਹਾਂ ਦੇ ਨਾਲ ਬੋਲਦੇ ਨੇ ਧਾਕੜ ਹੋ ਕੇ, ਤਾਂ ਉਦੋਂ ਇਹ ਗੱਲ ਕਹੀ ਨਹੀਂ ਜਾ ਸਕਦੀ ਹੈਗੀ ਕਿ ਹਾਂ ਯਾਰ ਇਹ ਬੰਦਾ ਸਹੀ ਨਹੀਂ ਹੈਗਾ। ਲੋਕ ਬੜਾ ਉਹਨਾਂ ਨੂੰ ਫੋਲੋ ਕਰਦੇ ਨੇ, ਸੋਸ਼ਲ ਮੀਡੀਆ ਤੇ ਬਹੁਤ ਫੋਲੋ ਕਰਦੇ ਨੇ, ਪਰ ਜਦੋਂ ਇਸ ਤਰ੍ਹਾਂ ਦੇ ਫੈਕਟਸ ਆਉਂਦੇ ਨੇਗੇ, ਕੀ ਸਮਝਦੇ ਹੋ ਕਿ ਆਖਰ ਇਹ ਚੀਜ਼ਾਂ ਨਿਕਲ ਕੇ ਕੀ ਦਰਸਾਉਂਦੀਆਂ ਕੀ ਨੇ? ਗੱਲ ਇਦਾਂ ਹੈ ਕਿ ਜੀ ਇੱਕ ਨਾ ਚੀਜ਼ ਨੂੰ ਦੇਖਣ ਦੀ ਲੋੜ ਆ। ਮੈਂ ਜਿੱਦਾਂ ਅੱਗੇ ਵੀ ਗੱਲ ਕਰਦਾ ਹਾਂ, ਮੇਨ ਕੰਸਰਨ ਅਸਲ 'ਚ ਹੈਗਾ ਨੀਅਤ ਦਾ। ਹੁਣ ਗੱਲ ਇਹ ਆ ਕਿ ਜੇ ਇੰਨਾ ਜ਼ੋਰ ਉਹਨੂੰ ਢਕਣ ਲਈ, ਚੀਜ਼ਾਂ ਨੂੰ ਜਿੱਦਾਂ ਇੱਕ ਡਰਾਮਾ ਕਰਨ ਲਈ ਇੰਨਾ ਜ਼ੋਰ ਲਾਉਂਦੇ, ਅਸਲੀਅਤ 'ਚ ਮਿਹਨਤ ਕਰਨ, ਕੰਮ ਕਰਨ ਅਸੀਂ ਡੱਕਦੇ ਨਹੀਂ। ਅਸੀਂ ਤੇ ਆਪ ਚਾਹੁੰਦੇ ਕੰਮ ਹੋਵੇ। ਤੇ ਦੂਜਾ ਕੰਸਰਨ ਇਹ ਹੈ ਕਿ ਜੇ ਲੋਕਾਂ ਨੂੰ ਪਤਾ ਵੀ ਹੋਵੇ, ਜੇ ਇਸ ਕੰਸਰਨ ਨੂੰ ਰੀਜ਼ ਨਹੀਂ ਕੀਤਾ ਜਾਂਦਾ, ਉਹ ਵੀ ਬਹੁਤ ਵੱਡਾ ਕੰਸਰਨ ਹੈ ਸਾਡੀ ਸੁਸਾਇਟੀ ਲਈ ਵੀ। ਕਿਉਂਕਿ ਹੁਣ ਗੱਲਾਂ ਕਰਦੇ ਆ ਕਿ ਬੱਚੇ ਬਾਹਰ ਜਾ ਰਹੇ ਆ, ਪੜ੍ਹਦੇ ਇੱਥੇ ਆ, ਉਹਨਾਂ ਨੂੰ ਹੋਪ ਨਹੀਂ ਦਿਖਦੀ। ਹੋਪ ਤਾਂ ਨਹੀਂ ਦਿਖਦੀ ਕਿਉਂਕਿ ਇਦਾਂ ਦੇ ਕੰਮ ਚੱਲਦੇ ਆ। ਪਤਾ ਆ ਕਿ ਸਾਰੀਆਂ ਚੀਜ਼ਾਂ ਮੈਨੇਜ ਕਰੀ ਜਾ ਰਹੇ ਆ ਤੇ ਆਲ ਦਿਸ ਇਜ਼ ਮੈਨੇਜਡ। ਮਤਲਬ ਸੱਚ ਤੁਹਾਡੇ ਸਾਹਮਣੇ ਆ, ਡਾਕੂਮੈਂਟਸ ਤੁਹਾਡੇ ਸਾਹਮਣੇ ਪਏ ਆ, ਉਹ ਸੱਚ ਕੁਝ ਹੋ ਰਿਹਾ।
ਪਰ ਦਰਸਾਇਆ ਕੁਝ ਹੋਰ ਗਿਆ। ਇੰਨੇ ਸਾਲਾਂ ਤੋਂ ਲੋਕਾਂ ਨੂੰ ਸਿਖਾਇਆ ਵੀ, ਸੁਣਾਇਆ ਵੀ ਕੁਝ ਹੋਰ ਗਿਆ, ਤੇ ਬਹੁਤ ਵੱਡੀ ਗਲਤ ਚੀਜ਼ ਆ। ਬਿਲਕੁਲ ਕਿਹਾ ਜਾ ਸਕਦਾ ਕਿ ਆਖਰ ਇਹ ਜਿਹੜੇ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਜਾਣਕਾਰੀਆਂ ਨੇ ਕਿਉਂਕਿ ਇਲੈਕਸ਼ਨ ਕਮਿਸ਼ਨ ਕੋਲ ਜਦੋਂ ਜਾਣਕਾਰੀਆਂ ਜਾਂਦੀਆਂ ਨੇ ਤੇ ਉਹ ਪਬਲਿਕ ਡੋਮੇਨ ਤੇ ਵੀ ਆ ਜਾਂਦੀਆਂ ਨੇ, ਉਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਹੁੰਦੀਆਂ ਨੇ। ਉਹਦਾ ਮਤਲਬ ਇਹੀ ਹੁੰਦਾ ਕਿ ਆਖਰ ਜੋ ਇਨਸਾਨ ਪਬਲਿਕਲੀ ਖੜ ਰਿਹਾ ਹੈ, ਤੁਹਾਡਾ ਨੁਮਾਇੰਦਾ ਬਣਨਾ ਚਾਹੁੰਦਾ, ਜਿਹਨੂੰ ਤੁਸੀਂ ਚੁਣੋ ਨਾ ਚੁਣੋ, ਪਰ ਜਦੋਂ ਉਹ ਇੱਕ ਲੜਾਈ ਦੇ ਵਿੱਚ ਆ ਜਾਂਦਾ ਸਿਆਸੀ ਦੇ ਵਿੱਚ, ਤਾਂ ਕਿਉਂਕਿ ਐਮਐਲਏ ਤੁਸੀਂ ਦੇਖੋ ਕਿ ਕਈ ਵਾਰ 5 7 10 ਕਈ ਹੁੰਦੇ ਨੇਗੇ ਜਿਹੜੀ ਦੌੜ ਚ ਹੁੰਦੇ ਨੇ ਐਮਐਲਏ ਬਣਨ ਦੀ, ਪਰ ਉਹਨਾਂ ਚੋਂ ਲੋਕ ਚੁਣਦੇ ਨੇਗੇ ਕਿ ਆਖਰ ਕਿਹੜਾ ਸਾਡੇ ਵਾਸਤੇ ਸਹੀ ਆ। ਜਾਣਕਾਰੀਆਂ ਦਾ ਮਤਲਬ ਇਹੀ ਹੁੰਦਾ ਕਿ ਸਾਰੀ ਤੁਸੀਂ ਜਾਣਕਾਰੀ ਆਪਦੀ ਲੋਕਾਂ ਦੇ ਸਾਹਮਣੇ ਰੱਖ ਦਿਓ। ਹੁਣ ਤਾਂ ਕ੍ਰਿਮੀਨਲ ਰਿਕਾਰਡ ਤੱਕ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਤੁਹਾਨੂੰ ਰੱਖਣਾ ਹੋਊਗਾ ਸਾਹਮਣੇ, ਐਡਵਰਟਾਈਜ਼ ਕਰਨਾ ਹੋਊਗਾ, ਪਰ ਜੇਕਰ ਇਸ ਤਰ੍ਹਾਂ ਦੀ ਜਾਣਕਾਰੀਆਂ ਗਲਤ ਜਾਂਦੀਆਂ ਨੇ ਤਾਂ ਆਖਰ ਧੋਖਾ ਹੋ ਕਿਹਦੇ ਨਾਲ ਰਿਹਾ। ਤੇ ਦੂਸਰੀ ਗੱਲ ਕਿ ਇਹਨਾਂ ਚੀਜ਼ਾਂ ਤੇ ਐਕਸ਼ਨ ਲੈ ਕੇ ਇਲੈਕਸ਼ਨ ਕਮਿਸ਼ਨ ਕੋਈ ਐਗਜ਼ਾਮਪਲ ਸੈੱਟ ਕਰੂਗਾ, ਇਹ ਹਜੇ ਵੀ ਸਵਾਲ ਹੀ ਆ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।